ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਸਾਂਝ ਪਵਾ ਰਹੇ ਹਾਂ ਇੱਕ ਸੀਨੀਅਰ ਜਰਨਲਿਸਟ ਅਜੇ ਭਾਰਦਵਾਜ ਜੀ, ਜੋ ਕਿ ਕਾਮਨ ਸਿਵਲ ਕੋਡ ਤੇ ਸਾਡੇ ਨਾਲ ਗੱਲ ਕਰਨਗੇ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਉਣਗੇ। ਇਹਨਾਂ ਬਾਰੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਟਾਈਮਜ਼ ਆਫ ਇੰਡੀਆ ਤੇ ਹੋਰ ਕਈ ਨੈਸ਼ਨਲ ਅਖਬਾਰਾਂ ਵਿੱਚ ਸੀਨੀਅਰ ਪੋਜੀਸ਼ਨਾਂ 'ਚ ਰਹੇ ਹੈ। ਇਹਨਾਂ ਦਾ ਕੋਈ 35 ਸਾਲ ਦਾ ਜਰਨਲਿਜ਼ਮ ਦਾ ਐਕਸਪੀਰੀਅੰਸ ਹੈ ਔਰ ਇਹ ਜਿਹੜੀ RSS ਰਾਸ਼ਟਰੀ ਸਵੈਮ ਸੇਵਕ ਦੀ ਮਾਊਥ ਆਰਗਨ ਹੈ, ਯਾਨੀ ਜਿਹੜਾ RSS ਦਾ ਵੀਕਲੀ ਅਖਬਾਰ ਹੈ, ਆਰਗੇਨਾਈਜ਼ਰ, ਉਹ ਉਸਦੇ ਅਸਿਸਟੈਂਟ ਐਡੀਟਰ ਵੀ ਰਹੇ ਹਨ। ਸੋ ਇਹਨਾਂ ਤੋਂ ਤੁਸੀਂ ਜਾਣੋਗੇ ਕਿ ਜਿਹੜਾ ਕਾਮਨ ਸਿਵਲ ਕੋਡ ਹੈ ਉਹਦੇ ਉੱਪਰ RSS ਦਾ ਕੀ ਸਟੈਂਡ ਹੈ ਤੇ ਇਹਨੂੰ ਚੇਂਜ ਕਰਕੇ ਕਾਮਨ ਸਿਵਲ ਕੋਡ ਬਣਾਉਣਾ, ਜਿਹਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਪਾਰਸੀ ਅਤੇ ਟਰਾਈਬਲਸ ਵੀ ਇਹਦੇ ਘੇਰੇ 'ਚ ਆ ਜਾਣ, ਇਹ ਕਿਉਂ ਜ਼ਰੂਰੀ ਹੈ? ਅਜੇ ਜੀ, ਮੇਰਾ ਸਵਾਲ ਹੈ ਕਿ ਵੀ ਇਹ ਜਿਹੜਾ ਯੂਨੀਫਾਰਮ ਜਾਂ ਕਾਮਨ ਸਿਵਲ ਕੋਡ, ਇਹਦੀ ਕਿਉਂ ਲੋੜ ਹੈ ਦੇਸ਼ ਨੂੰ? ਪਹਿਲੀ ਗੱਲ ਤੇ ਮੈਂ ਵੈਰੀ ਕਲੀਅਰ ਕਰਨਾ ਚਾਹਨਾ ਕਿ ਮੈਂ RSS ਦਾ ਸਪੋਕਸਪਰਸਨ ਨਹੀਂ ਹੈਗਾ ਤੇ ਨਾ ਮੈਂ RSS ਦੇ ਵਿਹਾਰ ਤੇ ਗੱਲ ਕਰ ਰਿਹਾ। ਮੈਂ ਚੰਚਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰਾ ਅੱਛਾ ਪਰਿਚੈ ਦਿੱਤਾ ਹੈ। ਮੈਂ ਇੱਕ ਪੱਤਰਕਾਰ ਦੇ ਨਾਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ। ਉਹ RSS ਦੇ ਨਾਲ ਮੇਰਾ ਕੋਈ ਬਹੁਤਾ ਸੰਬੰਧ ਨਹੀਂ ਹੈਗਾ। ਇਟ ਵਾਸ ਫॉर professional reasons that I became associate editor with organizer। ਉਹਦੇ 'ਚ organizer RSS ਦਾ ਇੱਕ ਮਾਊਥਪੀਸ ਮੈਗਜ਼ੀਨ ਹੈ ਤੇ ਉਹਦੇ 'ਚ ਇਹ ਨਹੀਂ ਹੁੰਦਾ ਸੀ ਕਿ ਮੈਨੂੰ ਕਿਤੇ ਕੰਨ ਫੜ ਕੇ ਕਿਹਾ ਜਾਂਦਾ ਸੀ ਵੀ ਇੱਦਾਂ ਦੀ ਗੱਲ ਕਰਨੀ, ਉੱਦਾਂ ਦੀ ਗੱਲ ਕਰਨੀ ਹੈ। I was just looking into the language part of it, and after that I became editor of Daily Post also, and I held very responsible positions which was regardless of the ideology। ਦੇਖੋ ਚੰਚਲ ਜੀ, ਇੱਕ ਸਿੱਧੀ ਜੀ ਗੱਲ ਹੈ ਇਹਦੇ 'ਚ ਕਿ ਸਾਡਾ ਜਿਹੜਾ ਕੰਟਰੀ ਹੈ ਇੱਕ ਲਾਅ ਨਾਲ ਚੱਲਦਾ ਹੈ। ਜਿਹੜਾ 302 ਦਿੱਲੀ 'ਚ ਲਾਗੂ ਹੁੰਦਾ, ਉਹ 302 ਕੇਰਲ 'ਚ ਵੀ ਲਾਗੂ ਹੁੰਦਾ, ਉਹ 302 ਮਨੀਪੁਰ 'ਚ ਵੀ ਲਾਗੂ ਹੁੰਦਾ, ਉਹ 302 ਗੁਜਰਾਤ 'ਚ ਵੀ ਲਾਗੂ ਹੁੰਦਾ। ਤੇ ਸਾਡਾ ਜਿਹੜਾ ਲੀਗਲ ਸਿਸਟਮ ਹੈਗੀ ਹੈ ਉਹਦੀ ਇੱਕ ਯੂਨੀਫਾਰਮਿਟੀ ਹੈ। ਉਸ ਯੂਨੀਫਾਰਮਿਟੀ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਆ ਰਿਹਾ। ਸਿਵਲ ਕੋਡ ਇਸ ਕਰਕੇ ਆ ਰਿਹਾ ਕਿਉਂਕਿ ਪਰਸਨਲ ਲਾਜ਼ ਕਰਕੇ ਕਾਫੀ ਪ੍ਰੋਬਲਮਸ ਆ ਰਹੀਆਂ ਨੇ। ਪ੍ਰੋਬਲਮਸ ਨਹੀਂ ਆ ਰਹੀਆਂ, ਡਿਸਕ੍ਰਿਪੈਂਸੀਜ਼ ਹੋ ਰਹੀਆਂ ਨੇ ਤੇ ਉਹਨਾਂ ਸਾਰੀ ਡਿਸਕ੍ਰਿਪੈਂਸੀਜ਼ ਨੂੰ ਯੂਨੀਫਾਰਮਲੀ ਇਕੁਲਾਈਜ਼ ਕਰਨ ਲਈ ਇੱਕ ਸਾਨੂੰ ਲਾਅ ਚਾਹੀਦਾ ਹੈ। ਹੁਣ ਤੁਸੀਂ ਮੇਰਾ ਮਰਡਰ ਕਰ ਦਿੰਦੇ ਹੋ, ਤੁਹਾਡੇ ਤੇ 302 ਲੱਗੇਗਾ। ਮੈਂ ਤੁਹਾਡਾ ਮਰਡਰ ਕਰਦਾ, ਮੇਰੇ ਤੇ 302 ਲੱਗੇਗਾ। ਠੀਕ ਹੈ ਨਾ? ਹੁਣ ਇਹਦੇ 'ਚ ਮੇਰੀ ਕਮਿਊਨਿਟੀ ਮੈਟਰ ਨਹੀਂ ਕਰਦੀ, ਇਹਦੇ 'ਚ ਮੇਰਾ ਰਿਲੀਜਨ ਮੈਟਰ ਨਹੀਂ ਕਰਦਾ, ਇਹਦੇ 'ਚ ਮੇਰਾ ਸਮਾਜ ਮੈਟਰ ਨਹੀਂ ਕਰਦਾ। ਲਾਅ ਇੱਕ ਹੈ। ਜਿਹਦੇ ਲਾਅ ਇੱਕ ਹੈਗਾ ਤੇ ਉਹ ਉਸ ਤਹਿਤ 'ਚ ਯੂਨੀਫਾਰਮ ਸਿਵਲ ਜਿਹੜਾ ਕੋਡ ਹੈਗਾ ਉਹ ਬਣਾਉਣ ਦਾ ਸੈਂਟਰ ਦਾ ਇੱਕ ਉਪਰਾਲਾ ਹੈਗਾ। ਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਇਹਦੇ ਬਾਰੇ ਆਪਾਂ ਨੂੰ ਕਿਉਂ ਕਿੰਤੂ ਪਰੰਤੂ ਕਰਨ ਦੀ ਵੀ ਲੋੜ ਹੈ। ਕਿਉਂਕਿ ਅਸੀਂ ਇੱਕ ਕੰਟਰੀ, ਇੱਦਾਂ ਦਾ ਕੰਟਰੀ ਹੈ ਸਾਡਾ ਜਿਹਦੇ 'ਚ ਡਾਇਵਰਸਿਟੀਜ਼ ਬਹੁਤ ਨੇ। ਅਸੀਂ ਹਰ ਸਟੇਟ 'ਚ ਜਾਂਦੇ ਹਾਂ, ਸਾਨੂੰ ਖਾਣਾ ਅਲੱਗ ਮਿਲਦਾ। ਹਰ ਸਟੇਟ 'ਚ ਜਾਂਦੇ ਹਾਂ, ਸਾਨੂੰ ਉਹ ਅਲੱਗ ਮਿਲਦਾ, ਸਭ ਕੁਝ ਅਲੱਗ ਮਿਲਦਾ। ਹਾਂ, ਤੇ ਸਾਨੂੰ ਯੂਨਾਈਟ ਕੌਣ ਕਰਦਾ ਹੈ? ਸਾਨੂੰ ਯੂਨਾਈਟ ਲਾਅ ਕਰਦਾ ਹੈ। ਸਾਨੂੰ ਯੂਨਾਈਟ ਨੇਸ਼ਨ ਦਾ ਕਨਸਟੀਟਿਊਸ਼ਨ ਕਰਦਾ ਹੈ, ਕਨਸਟੀਟਿਊਸ਼ਨ, ਸੰਵਿਧਾਨ ਕਰਦਾ। ਹਾਂ, ਤੇ ਜੇ ਕਨਸਟੀਟਿਊਸ਼ਨ ਸਾਨੂੰ ਸਾਰਿਆਂ ਨੂੰ ਯੂਨਾਈਟ ਕਰ ਰਿਹਾ ਹੈ ਤੇ ਕਨਸਟੀਟਿਊਸ਼ਨ ਦੇ ਅੰਦਰ ਆਲਰੇਡੀ ਯੂਨੀਫਾਰਮ ਸਿਵਲ ਕੋਡ ਦਾ ਪ੍ਰੋਵੀਜ਼ਨ ਦਿੱਤਾ ਹੋਇਆ ਹੈ ਤੇ ਅਸੀਂ ਉਹਨੂੰ ਜੇ ਲਾਗੂ ਕਰਨ ਦਾ ਕੋਈ ਮਤਲਬ ਸੈਂਟਰ ਸਰਕਾਰ ਪ੍ਰਯਾਸ ਕਰ ਰਹੀ ਹੈ
ਤੇ ਮੈਨੂੰ ਨਹੀਂ ਸਮਝਦਾ ਵੀ ਕਿਸੇ ਵੀ ਤਬਕੇ ਨੂੰ ਸਮਾਜ ਦੇ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੰਕਾ ਜਾਂ ਭੈ ਜਾਂ ਲੈਕ ਆਫ ਕੌਨਫੀਡੈਂਸ ਹੋਣਾ ਚਾਹੀਦਾ। ਨਹੀਂ, ਪਰ ਦੇਖੋ ਇਹ ਜਿਹੜੀ ਉਪਰਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਜਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਸਰਕਾਰ ਦਾ, ਜਿਨ੍ਹਾਂ ਨੇ ਕਿ 22nd ਲਾਅ ਕਮਿਸ਼ਨ ਬਣਾ ਦਿੱਤਾ ਔਰ ਉਸ ਕਮਿਸ਼ਨ ਨੇ ਲੋਕਾਂ ਤੋਂ ਵਿਚਾਰ ਵੀ ਮੰਗ ਰਹੇ ਨੇ, ਓਪੀਨੀਅਨ ਵੀ ਮੰਗੀਆਂ ਤੇ ਕੋਈ 75 ਲੱਖ ਦੇ ਕਰੀਬ ਲੋਕਾਂ ਨੇ ਲਿਖਤੀ ਰੂਪ ਵਿੱਚ ਉਹਨਾਂ ਨੂੰ ਆਪਣੇ ਵਿਚਾਰ ਭੇਜ ਦਿੱਤੇ ਔਰ ਇਹ ਨਹੀਂ ਪਤਾ ਉਹਨੂੰ ਸਾਰੇ ਨੂੰ ਕਿਵੇਂ ਕਰਨਗੇ ਡਿਸਾਈਫਰ ਤੇ ਕਿਵੇਂ ਉਹਨੂੰ ਸਟੱਡੀ ਕਰਕੇ ਉਹਨੂੰ ਉਹਦੇ ਚੋਂ ਕਾਮਨ ਇੰਨੇ ਤੇ ਪੜ੍ਹਨੇ ਵੀ ਬੜੇ ਔਖੇ ਲੱਗਦੇ ਨੇ ਲਾਅ ਕਮਿਸ਼ਨ ਲਈ। ਪਰ ਐਨੀਓ ਮੈਂ ਇਹ ਜਾਣਨਾ ਚਾਹੁੰਦਾ ਕਿ ਵੀ ਮੁਸਲਮਾਨ ਜਿਹੜੇ ਉਹਨਾਂ ਦਾ ਜਿਹੜਾ ਵਿਆਹ ਹੈ, ਨਿਕਾਹ ਹੈ, ਉਹ ਉਹਨਾਂ ਦੇ ਕੁਰਾਨ ਵਿੱਚ ਲਿਖਿਆ ਹੋਇਆ ਹੈ ਕਿ ਕਿਸ ਤਰ੍ਹਾਂ ਕਰਨਾ ਹੈ। ਉਹਨਾਂ ਦੀ ਕੁਰਾਨ ਵਿੱਚ ਹੀ ਲਿਖਿਆ ਹੋਇਆ ਹੈ ਵੀ ਜਦੋਂ ਡੈਥ ਹੁੰਦੀ ਹੈ ਤੇ ਉਹਦੀ ਪ੍ਰਾਪਰਟੀ ਦੀ ਡਿਵੀਜ਼ਨ ਕਿਵੇਂ ਹੁੰਦੀ ਹੈ, ਵਸੀਅਤ ਹੋਏ ਨਾ ਹੋਏ ਉਹਦੀ ਡਿਵੀਜ਼ਨ ਕਿਵੇਂ ਹੈ। ਉਹਦੇ 'ਚ ਮਰ ਗਏ ਬੰਦੇ ਦੀ ਪਤਨੀ ਦਾ ਹਿੱਸਾ ਵੀ ਹੈ, ਧੀਆਂ ਦਾ ਹਿੱਸਾ ਵੀ ਹੈ, ਬੱਚਿਆਂ ਮੁੰਡਿਆਂ ਦਾ ਵੀ ਹਿੱਸਾ ਹੈਗਾ ਅਤੇ ਇਸੇ ਪ੍ਰਕਾਰ ਉਹਨਾਂ ਦੇ ਬੇਟੇ ਦੇ ਹਿੱਸੇ ਵਿੱਚੋਂ ਮਾਂ ਪਿਓ ਦਾ ਹਿੱਸਾ ਵੀ ਹੈ ਪ੍ਰਾਪਰਟੀ। ਸੋ ਹਿੰਦੂ ਲਾ ਜਿਹੜਾ ਇਨਹੈਰੀਟੈਂਸ ਹੋਰ ਹੈ, ਸਿੱਖਾਂ ਵਿੱਚ ਜਿਹੜਾ ਚਾਹੇ ਇਨਹੈਰੀਟੈਂਸ ਦਾ ਜਿਹੜਾ ਫੋਲੋ ਕੀਤਾ ਜਾਂਦਾ ਉਹ ਤਕਰੀਬਨ ਹਿੰਦੂ ਮੈਰਿਜ ਐਕਟ ਜਿਹੜਾ ਉਹਦੇ ਅਧੀਨ ਸਾਰੇ ਜਿਹੜੇ ਹੋ ਰਿਹਾ ਸਭ ਕੁਝ ਹੁਣ ਤੱਕ 75 ਸਾਲ ਹੋ ਗਏ। ਤੋ ਇੱਦਾਂ ਹੀ ਪਾਰਸੀਆਂ ਦਾ ਵੱਖਰਾ ਹੈ, ਕ੍ਰਿਸਚੀਅਨ ਦੀ ਮੈਰਿਜ ਵੱਖਰੀ ਹੈ। ਤੋ ਇਹਦੀ ਨਵੀਂ ਬਣਾਉਣ ਦੀ ਕੀ ਲੋੜ ਹੈ, ਕਿਉਂਕਿ 75 ਸਾਲ ਤੋਂ ਇਹ ਠੀਕ ਚੱਲ ਹੀ ਰਿਹਾ, ਕੋਈ ਇਹਦੇ 'ਚ ਵਿਘਨ ਤੇ ਹੈ ਨਹੀਂ। ਉਹੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਸਾਡੇ ਸਾਰਾ ਜਿਹੜਾ ਲਾਈਫ ਸਟਾਈਲ ਹੈਗਾ ਉਹ ਕਾਨੂੰਨ ਨਾਲ ਨਿਰਧਾਰਿਤ ਹੈ, ਕੌਨਸਟੀਟਿਊਸ਼ਨ ਨਾਲ ਨਿਰਧਾਰਿਤ ਹੈ। ਤੇ ਕੌਨਸਟੀਟਿਊਸ਼ਨ ਨੇ ਸਾਨੂੰ ਕਿਹਾ ਹੈ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਵੀ ਮੈਂ ਤੁਹਾਡਾ ਮਰਡਰ ਕਰਤਾ, ਮੇਰੇ ਤੇ 302 ਲੱਗੇਗਾ। ਤੁਸੀਂ ਮੇਰਾ ਮਰਡਰ ਕਰਤਾ, ਮੇਰੇ ਤੇ 302 ਲੱਗੇਗਾ। ਇਜ਼ਾਮੁਲ ਖਾਨ ਨੇ ਮੇਰਾ ਮਰਡਰ ਕਰਤਾ, ਉਹਦੇ ਵੀ 302 ਲੱਗੇਗਾ। ਤੇ ਜੇ ਕ੍ਰਿਮੀਨਲ ਲਾਅ ਇੱਕ ਹੈਗਾ, ਜੇ ਐਜੂਕੇਸ਼ਨ ਰਾਈਟ ਟੂ ਐਜੂਕੇਸ਼ਨ ਜਿਹੜਾ ਹੈਗਾ ਲਾਅ ਉਹ ਸਾਰਿਆਂ ਲਈ ਇੱਕ ਹੈ, ਰਾਈਟ ਟੂ ਇਨਫੋਰਮੇਸ਼ਨ ਲਾਅ ਸਾਰਿਆਂ ਲਈ ਇੱਕ ਹੈ। ਇੰਨੇ ਸਾਰੇ ਲਾਅ ਜਿਹੜੇ ਨੇ, ਸਾਰਾ ਕੌਨਸਟੀਟਿਊਸ਼ਨ ਸਾਰੇ ਕੰਟਰੀ ਲਈ ਇੱਕ ਹੈਗਾ। ਤੇ ਉਹਦੇ ਵਿੱਚੋਂ ਮੈਨੂੰ ਲੱਗਦਾ ਕਿ ਇੱਕ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਸੀਗਾ। ਤੇ ਮੈਂ ਤੁਹਾਡੇ ਥਰੂ ਦਰਸ਼ਕਾਂ ਨੂੰ ਦੱਸਣਾ ਵੀ ਚਾਹੁੰਦਾ ਕਿ ਇਹ ਕੌਨਸਟੀਟਿਊਸ਼ਨ ਦਾ ਆਲਰੇਡੀ ਹਿੱਸਾ ਹੈਗਾ। ਆਰਟੀਕਲ 44 ਆਫ ਦਾ ਕੌਨਸਟੀਟਿਊਸ਼ਨ ਆਲਰੇਡੀ ਕਹਿ ਚੁੱਕਾ ਹੈ ਕਿ ਸਾਡੇ ਕੰਟਰੀ ਦੇ ਅੰਦਰ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਹੈ। ਅੱਜ ਤੱਕ ਕਿਸੇ ਸਰਕਾਰ ਨੇ ਕਿਉਂ ਨਹੀਂ ਕੀਤਾ, ਇਹਦੇ ਬਾਰੇ ਸਾਨੂੰ ਡਿਸਕਸ਼ਨ ਕਰਨੀ ਚਾਹੀਦੀ ਹੈ ਵੀ ਕੀ ਪੋਲੀਟੀਕਲ ਰੀਜ਼ਨ ਸੀਗੇ ਜਿਨ੍ਹਾਂ ਕਰਕੇ ਨਹੀਂ ਕੀਤਾ ਗਿਆ। ਗੋਆ ਦੇ ਵਿੱਚ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦਾ, ਗੋਆ ਦੇ ਵਿੱਚ ਅੱਜ ਵੀ ਯੂਨੀਫਾਰਮ ਸਿਵਲ ਕੋਡ ਹੈਗਾ, ਪਰ ਉਹ ਪੁਰਤਗਾਲੀਆਂ ਦੀ ਉਹ ਕਲੋਨੀ ਸੀ ਤਾਂ ਉਹੀ ਚੱਲਿਆ, ਉਹ ਪੁਰਾਣਾ ਲਾਅ ਚੱਲ ਰਿਹਾ। ਲੇਕਿਨ ਇੱਕ ਚੱਲਤੇ ਰਿਹਾ ਨਾ, ਉਹ ਪੁਰਤਗਾਲੀ ਦੀ ਸੀ ਜਾਂ ਉਹ ਮੁਸਲਿਮ ਦੀ ਸੀ ਜਾਂ ਉਹ ਇਸਲਾਮ ਦੀ ਸੀ ਜਾਂ ਕਿਸੇ ਦੀ ਸੀ, ਇਟ ਡਜ਼ਨਟ ਮੈਟਰ। ਪਰ ਸਾਡਾ ਜਿਹੜਾ ਫੈਡਰਲ ਸਟਰਕਚਰ ਹੈਗਾ, ਜਿਹੜਾ ਸਾਡੇ ਕੌਨਸਟੀਟਿਊਸ਼ਨ ਹੈਗਾ, ਉਹਦੇ ਦੇ ਵਿੱਚ ਇੱਕ ਸਟੇਟ ਉਹਨੂੰ ਓਬਟੇਨ ਕਰ ਰਹੀ ਹੈਗੀ ਹੈ। ਤੇ ਨਾਲੇ ਦੂਸਰੀ ਵੱਡੀ ਗੱਲ ਇਹ ਹੈ ਵੀ ਅਸੀਂ ਇੱਕ ਕਲਚਰਲੀ ਬੜੇ ਡਾਈਵਰਸ ਨਹੀਂ, ਇਹਦੇ ਵਿੱਚ ਇਹ ਹੈ ਕਿ ਜਦ ਮੁਸਲਮਾਨ ਸਮੁਦਾਇ ਜਿਹੜਾ ਇਹਦਾ ਸਖਤ ਵਿਰੋਧ ਕਰ ਰਿਹਾ, ਫਰਜ਼ ਕਰੋ ਆਲ ਇੰਡੀਆ ਜਿਹੜਾ ਪਰਸਨਲ ਲਾ ਬੋਰਡ ਹੈ ਉਸਨੇ ਇਸ ਨੂੰ ਰਿਜੈਕਟ ਕਰ ਦਿੱਤਾ ਤੇ ਟੋਟਲੀ ਐਕਸੈਪਟ ਕਰਨ ਤੋਂ ਨਾ ਕਰਕੇ ਇੱਕ ਮਿੰਟ ਅਤੇ ਹੋਰ ਵੀ ਕਈ ਆਰਗੇਨਾਈਜੇਸ਼ਨ ਆ। ਤੋ ਇਸ ਤਰ੍ਹਾਂ ਫਿਰਕਿਆਂ ਵਿੱਚ ਜੋ ਵਿਵਾਦ ਖੜਾ ਹੁੰਦਾ ਜਿਹੜਾ ਪਹਿਲੇ ਨਹੀਂ ਹੈਗਾ ਤੇ ਇੱਕ ਨਵਾਂ ਵਿਵਾਦ ਖੜਾ ਕਰਨ ਦਾ ਕੀ ਫਾਇਦਾ? ਮੇਰੀ ਮੋਟੀ ਗੱਲ ਇਹ ਹੈ, ਜਦੋਂ ਆਪਾਂ ਕਹਿੰਦੇ ਹਾਂ ਇੰਡੀਆ ਇਜ਼ ਅ ਸੈਕੂਲਰ ਕੰਟਰੀ, ਸਾਨੂੰ ਸਭ ਤੋਂ ਵੱਡਾ ਮਾਣ ਇਹੀ ਹੈ ਕਿ ਇੰਡੀਆ ਇਜ਼ ਅ ਸੈਕੂਲਰ ਕੰਟਰੀ। ਸੈਕੂਲਰ ਕੰਟਰੀ ਮੀਨਸ that no religion will obtain in its own self,
ਵੀ ਆਰ ਆਲ ਲਿਵਿੰਗ, ਮੈਂ ਤੁਹਾਡੇ ਲਈ ਰਹਿ ਰਿਹਾ, ਤੁਸੀਂ ਮੇਰੇ ਲਈ ਰਹਿ ਰਹੇ ਹੋ, ਅਸੀਂ ਇੱਕ ਦੂਜੇ ਦੀ ਹੈਲਪ ਕਰਨ ਲਈ। ਇਹ ਤੁਸੀਂ ਹੁਣ ਜੇ ਮੈਂ ਤੁਹਾਡੇ ਨਾਲ ਹੋਰ ਥੋੜੀ ਗੱਲ ਨੂੰ ਸਾਂਝੀ ਕਰਾਂ, ਅਮਰੀਕਾ 'ਚ ਤੇ ਹੈ ਨਹੀਂ ਕੁਝ। ਅਮਰੀਕਾ 'ਚ ਤੇ ਪਰਸਨਲ ਲਾਅ ਨਹੀਂ ਚੱਲਦਾ, ਇੰਗਲੈਂਡ 'ਚ ਪਰਸਨਲ ਲਾਅ ਨਹੀਂ ਚੱਲਦਾ, ਯੂਰਪ ਦੇ ਕਿਸੇ ਕੰਟਰੀ 'ਚ ਪਰਸਨਲ ਲਾਅ ਨਹੀਂ ਚੱਲਦਾ, ਇੰਡੀਆ 'ਚ ਚੱਲਦਾ ਹੈ। ਤਾਂ ਉਹ ਸਾਰੀ, ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਨਹੀਂ ਚੱਲਦਾ ਕਿ ਇੱਥੇ ਕਿਉਂ ਚੱਲਦਾ, ਇਹ ਨਹੀਂ ਕਹਿਣਾ। ਮੈਂ ਚਾਹੁੰਦਾ ਵੀ ਮੇਰਾ ਜੋ ਮੰਤਵ ਹੈ ਉਹ ਇੰਨਾ ਕੁ ਹੈ ਵੀ ਇੱਕ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ। ਜੇ ਸਾਰੇ ਲਾਜ਼ ਦੇ ਵਿੱਚ ਇੱਕ ਯੂਨੀਫਾਰਮਿਟੀ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਨਹੀਂ, ਪਰ ਹੁਣ ਮੁਸਲਮਾਨਾਂ ਦਾ ਜਿਹੜਾ ਵਿਆਹ ਨਹੀਂ ਉਹ ਕੰਟਰੈਕਟ ਹੈ, ਹਿੰਦੂਆਂ ਦਾ ਵਿਆਹ ਜਿਹੜਾ ਨਹੀਂ, ਉਹ ਕਿਵੇਂ ਉਹਨੂੰ ਅਸਿਮੀਲੇਟ ਕਰੋਗੇ ਇੱਕੋ ਇਹੀ ਤੇ ਗੱਲ ਹੈ, ਇਹੀ ਤੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਬਾਰ-ਬਾਰ। ਸਟੇਟ ਦਾ ਕੋਈ ਰਿਲੀਜਨ ਨਹੀਂ ਹੁੰਦਾ, ਤੇ ਮੈਂ ਇਸੇ ਕਰਕੇ ਕਹਿਣਾ ਵੀ ਯੂਨੀਫਾਰਮ ਸਿਵਲ ਕੋਡ ਜਿਹੜਾ ਹੈਗਾ ਅਮਰੀਕਾ 'ਚ ਵੀ ਹੈਗਾ, ਯੂਰਪ 'ਚ ਵੀ ਹੈਗਾ, ਸਾਰੇ ਕੰਟਰੀਜ਼ 'ਚ ਹੈਗਾ। ਉੱਥੇ ਰਿਲੀਜਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਉੱਥੇ ਪਰਸਨਲ ਲਾਅ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਉੱਥੇ ਹਿੰਦੂ ਸਿੱਖ ਮੁਸਲਮਾਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸਾਨੂੰ ਇੱਕ ਲਾਅ ਕਾਮਨ ਮਿਲਦਾ ਹੈ, ਅਸੀਂ ਉਸ ਕਾਮਨ ਲਾਅ ਦੇ ਥੱਲੇ ਰਹਿੰਦੇ ਹਾਂ। ਉਸੇ ਲਾਅ ਦੇ ਤਹਿਤ ਯੂਨੀਫਾਰਮ ਸਿਵਲ ਕੋਡ ਲਿਆਂਦਾ ਜਾ ਰਿਹਾ ਹੈ, ਤੇ ਇਹਨੂੰ ਲਿਆਣਾ ਕੋਈ ਵੱਡਾ ਕੰਮ ਨਹੀਂ ਕਰ ਰਿਹਾ ਆਪਣਾ ਮੋਦੀ ਸਰਕਾਰ। ਮੈਂ ਤੁਹਾਨੂੰ ਬੇਨਤੀ ਇਹ ਕਰਨਾ ਚਾਹਨਾ ਵੀ ਇਹ ਕਨਸਟੀਟਿਊਸ਼ਨ 'ਚ ਆਲਰੇਡੀ ਲੇਡ ਹੈ। ਅੱਜ ਤੱਕ ਫॉर ਪੋਲੀਟੀਕਲ ਰੀਜ਼ਨਸ ਕੋਈ ਨਹੀਂ ਬਣਾਇਆ, ਕਿਸੇ ਨੇ ਨਹੀਂ ਬਣਾਇਆ ਕੋਈ। ਸਾਰਿਆਂ ਨੂੰ ਇਹ ਲੱਗਦਾ ਵੀ ਯੂਨੀਫਾਰਮ ਸਿਵਲ ਕੋਡ ਲਿਆਂਦਾ ਤੇ ਅਸੀਂ ਕਿਸੇ ਪਾਰਟਿਕੂਲਰ ਕਮਿਊਨਿਟੀ ਨੂੰ ਡਿਸਟਰਬ ਕਰਾਂਗੇ, ਅਸੀਂ ਕਿਸੇ ਪਾਰਟਿਕੂਲਰ ਕਮਿਊਨਿਟੀ ਦੇ ਅਗੇਂਸਟ ਹੋ ਜਾਾਂਗੇ। ਸਾਰੇ ਮਤਲਬ ਕਿਸੇ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਜਦੋਂ ਅਸੀਂ ਯੂਨੀਫਾਰਮ ਸਿਵਲ ਕੋਡ ਲਿਆ ਰਹੇ ਹਾਂ ਉਹ ਅਸੀਂ ਆਪਣੇ ਕੰਟਰੀ ਲਈ ਲਿਆ ਰਹੇ ਹਾਂ, ਆਪਣੇ ਰਾਸ਼ਟਰ ਲਈ ਲਿਆ ਰਹੇ ਹਾਂ। ਉਹਦੇ 'ਚ ਮੁਸਲਮਾਨ ਵੀ ਨੇ, ਪਾਰਸੀ ਵੀ ਨੇ, ਹਿੰਦੂ ਵੀ ਨੇ, ਉਹਦੇ ਸਾਰੀ ਕਮਿਊਨਿਟੀਜ਼ ਦੇ ਨੇ, ਤੇ ਸਾਰਿਆਂ ਲਈ ਜੇ ਇੱਕ ਛਤਰੀ ਬਣ ਕੇ ਯੂਨੀਫਾਰਮ ਸਿਵਲ ਕੋਡ ਆਉਂਦਾ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਆਬਜੈਕਸ਼ਨ ਹੋਣਾ ਚਾਹੀਦਾ। ਔਰ ਦੂਸਰੀ ਸਭ ਤੋਂ ਵੱਡੀ ਗੱਲ, ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰ ਰਿਹਾ ਕਿ ਕਨਸਟੀਟਿਊਸ਼ਨ ਦੇ ਜਿਹੜੇ ਫਾਰਮ ਕਰਨ ਵਾਲੇ ਬੰਦੇ ਸੀਗੇ ਉਹਨਾਂ ਨੇ ਆਲਰੇਡੀ ਇਹਨੂੰ ਲੇ ਕੀਤਾ ਹੋਇਆ ਕਨਸਟੀਟਿਊਸ਼ਨ। ਇਹਦੇ 'ਚ ਕੋਈ ਅਨਕਨਸਟੀਟਿਊਸ਼ਨਲ ਗੱਲ ਨਹੀਂ ਹੈਗੀ। ਉਹਨਾਂ ਨੇ ਉਦੋਂ ਹੀ ਰਿਅਲਾਈਜ਼ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਦਾ ਚੰਡੀਗੜ੍ਹ, ਜਿਸ ਤਰ੍ਹਾਂ ਦਾ ਪੰਜਾਬ ਹੈਗਾ, ਜਿਸ ਤਰ੍ਹਾਂ ਦਾ ਹਰਿਆਣਾ ਹੈਗਾ, ਜਿਸ ਤਰ੍ਹਾਂ ਦਾ ਗੁਜਰਾਤ ਹੈਗਾ, ਜਿਸ ਤਰ੍ਹਾਂ ਦਾ ਕੇਰਲ ਹੈਗਾ, ਜਿਸ ਤਰ੍ਹਾਂ ਦਾ ਮਣੀਪੁਰ ਹੈਗਾ, ਇਹਨਾਂ ਸਾਰਿਆਂ ਨੂੰ ਇੱਕ ਛਤਰੀ ਦੇ ਥੱਲੇ ਰੱਖਣਾ ਚਾਹੀਦਾ। ਉਸ ਕਰਕੇ ਉਹਨਾਂ ਨੇ ਆਲਰੇਡੀ ਇੱਕ ਪ੍ਰੋਵੀਜ਼ਨ ਪਾਤਾ ਹੈ ਯੂਨੀਫਾਰਮ ਸਿਵਲ ਕੋਡ ਦਾ। ਤੇ ਹੁਣ ਇੱਕ ਪੋਲੀਟੀਕਲ ਇਨੀਸ਼ੀਏਟਿਵ ਲਿਆ ਗਿਆ ਮੋਦੀ ਸਰਕਾਰ ਵੱਲੋਂ। ਇਨੀਸ਼ੀਏਟਿਵ ਹਜੇ ਉਹਦਾ ਦੇਖੋ ਨਾ, ਉਹਦਾ ਵਿਰੋਧ ਹੋ ਰਿਹਾ, ਉਹਦਾ ਕੋਈ ਖਰੜਾ ਨਹੀਂ ਦਿੱਤਾ, ਉਹਦੇ ਤੇ ਕਮੈਂਟ ਮੰਗੀ ਜਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਪਰਸਨਲ ਕਾਮਨ ਲਾਅ ਦਾ ਸਮਰਥਨ ਕਰਤਾ, ਬਾਅਦ 'ਚ ਉਹਨਾਂ ਨੇ ਇਹਦਾ ਵਿਰੋਧ ਸ਼ੁਰੂ ਕਰਤਾ। ਉਹਨਾਂ ਨੇ ਕਿਹਾ ਜੀ ਸਾਡੇ ਕੋਲ ਕੋਈ ਡਰਾਫਟ ਤੇ ਹੈ ਨਹੀਂ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਸਾਨੂੰ ਕੀ ਪਤਾ, ਜਦੋਂ ਦਿਓਗੇ ਅਸੀਂ ਉਦੋਂ ਆਪਣਾ ਓਪੀਨੀਅਨ ਦਿਆਂਗੇ। ਦੇਖੋ ਇਸ ਵੇਲੇ ਮੁਸਲਮਾਨਾਂ ਨੇ ਕਿਹਾ, ਇਸ ਵੇਲੇ ਸਟੇਜ ਇਹ ਹੈ ਕਿ ਸੈਂਟਰ ਨੇ ਓਪੀਨੀਅਨ ਮੰਗੀ ਹੈ ਫਰੋਮ ਡਿਫਰੈਂਟ ਸੈਕਸ਼ਨਸ ਕਿ ਜੇ ਅਸੀਂ ਇਹ ਕਦਮ ਚੱਕੀਏ ਤੇ ਤੁਹਾਡੀ ਕੀ ਰਾਏ ਹੈ, ਤੁਹਾਨੂੰ ਕੀ ਲੱਗਦਾ ਅਸੀਂ ਇਹਨੂੰ ਕਿੱਦਾਂ ਐਡਰੈਸ ਕਰੀਏ। ਸੈਂਟਰ ਨੇ ਓਪੀਨੀਅਨ ਮੰਗੀ ਹੈ। ਅਜੇ ਤੱਕ ਸੈਂਟਰ ਨੇ ਕੀ ਕਰਨਾ ਹੈ, ਕੀ ਉਹਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਉਹਦਾ ਇੱਕ ਰੂਪ ਕੀ ਹੋਏਗਾ, ਸਰੂਪ ਕੀ ਹੋਏਗਾ, ਉਹਦਾ ਫਾਰਮ ਕੀ ਹੋਏਗਾ। ਇੱਕ ਖਰੜਾ ਦੇਣਾ ਚਾਹੀਦਾ ਸੀ ਨਾ ਜਿਹਦੇ ਤੇ ਬਹਿਸ ਹੋ ਸਕੇ। ਇਹ ਇੱਕ ਸੈਂਟਰ ਦਾ ਤਰੀਕਾ ਹੈ ਕੰਮ ਕਰਨ ਦਾ ਕਿ ਜੋ ਵੀ ਕਦਮ ਪਹਿਲਾਂ ਨਹੀਂ, ਪਰ ਤੁਹਾਨੂੰ ਲੱਗਦਾ ਨਹੀਂ ਇਹ ਗਲਤ ਤਰੀਕਾ ਹੈ? ਤੁਸੀਂ ਡਰਾਫਟ ਬਣਾਓ ਵੀ ਇਹ ਸਾਡਾ ਕਾਮਨ ਜਿਹੜਾ ਬਣਾਇਆ ਅਸੀਂ ਤੁਹਾਡੇ ਲਈ ਸਿਵਲ ਕੋਡ, ਇਹ ਲੈ ਲਓ, ਇਹਦੇ ਉੱਪਰ ਤੁਸੀਂ ਆਪਣੇ ਵਿਚਾਰ ਦਿਓ ਵੀ ਇਹ ਤੁਹਾਨੂੰ ਕਿਵੇਂ ਅਫੈਕਟ ਕਰਦਾ ਤੇ ਤੁਸੀਂ ਇਹਨੂੰ ਕਿਵੇਂ ਕਰਾਉਣਾ ਚਾਹੁੰਦੇ ਹੋ ਚੇਂਜ। ਇਹਦੇ ਬਾਰੇ ਮੈਂ ਨਹੀਂ ਬੋਲ ਸਕਦਾ ਕਿਉਂਕਿ ਸੈਂਟਰ ਦਾ ਆਪਣਾ ਤਰੀਕਾ ਹੈ। ਹੁਣ ਜੈਸਾ ਸੈਂਟਰ ਨੇ ਐਗਰੀਕਲਚਰ ਬਿੱਲ ਪੇਸ਼ ਕੀਤੇ, ਐਗਰੀਕਲਚਰ ਬਿੱਲ ਜਦੋਂ ਆਏ ਸੀ ਉਹ ਤੋਂ ਪਹਿਲਾਂ 2 ਸਾਲ ਸਾਰਿਆਂ ਤੋਂ ਓਪੀਨੀਅਨ ਲਈ ਗਈ ਬਈ ਇਸ ਤਰ੍ਹਾਂ ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਇੰਪਰੂਵ ਕਰਨਾ ਚਾਹੀਦਾ, ਕੀ ਕੀਤਾ। ਇਹ ਹੁਣ ਉਹਨਾਂ ਦਾ ਤਰੀਕਾ ਹੈ ਕੰਮ ਕਰਨ ਦਾ, ਉਹਦੇ ਬਾਰੇ ਮੈਂ ਟਿੱਪਣੀ ਨਹੀਂ ਦੇ ਸਕਦਾ। ਬਾਕੀ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਕਿ ਇੱਕ ਬਰੋਡ ਫਾਰਮੈਟ ਦੇ ਰੂਪ 'ਚ ਸਮਾਜ ਦੇ ਵਿੱਚ ਉਹਨਾਂ ਨੂੰ ਦੇਣਾ ਚਾਹੀਦਾ ਤਾਂ ਕਿ ਸਮਾਜ ਦਾ ਜਿਹੜਾ ਹਰੇਕ ਸੈਕਸ਼ਨ ਹੈ ਉਹਦੇ ਨਾਲ ਰਿਲੇਟ ਕਰ ਸਕੇ, ਉਹਦੇ ਨਾਲ ਕਨੈਕਟ ਕਰ ਸਕੇ, ਉਹਦੇ ਬਾਰੇ ਆਪਣੀ ਓਪੀਨੀਅਨ ਦੇ ਸਕੇ।
ਉਸ ਹੱਦ ਤੱਕ ਮੈਂ ਤੁਹਾਡੇ ਨਾਲ ਸਹਿਮਤ ਕਰ। ਦੇਖੋ ਹੁਣ ਜਿਸ ਤਰ੍ਹਾਂ ਦੀ ਲੋਕਾਂ ਦਾ ਇੱਕ ਉਹਨਾਂ ਦੇ ਅੰਦਰ ਜਿਹੜਾ ਖਦਸ਼ਾ ਹੈ, ਇੱਕ ਜਿਹੜਾ ਉਹਨਾਂ ਨੂੰ ਡਰ ਹੈ ਪੈ ਹੈ, ਉਹ ਹੈਗਾ ਕਿ ਵੀ ਜਿਹੜੀ ਮੋਦੀ ਸਰਕਾਰ ਹੈ ਇਹ ਹਿੰਦੂ ਰਾਸ਼ਟਰ ਬਣਾਉਣ ਵੱਲ ਵੱਧ ਰਹੀ ਹੈ। ਹਲੇ ਨਾ ਬਣਿਆ, ਹਲੇ ਦੇਸ਼ ਦੂਜੇ ਪਾਸੇ ਦੂਜੇ ਨਹੀਂ, ਇੱਕ ਮਿੰਟ, ਮੇਰਾ ਸਵਾਲ ਹਲੇ ਬਣਿਆ ਨਹੀਂ, ਉਸ ਪ੍ਰੋਸੈਸ 'ਚ ਹੈ। ਤੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਇਨੀਸ਼ੀਏਟਿਵ ਹੈ, ਯੂਨੀਫਾਰਮ ਜਿਹੜਾ ਲਾਅ ਬਣਾਉਣਾ ਹੈ ਪਰਸਨਲ, ਇਹ ਉਹਦਾ ਇੱਕ ਮਿਸ਼ਨ ਦਾ ਹਿੱਸਾ ਹੈ। ਮੈਨੂੰ ਤੇ ਜਿਹਦੇ ਤੇ ਡਾਊਟ ਹੈ ਤੇ ਮੈਨੂੰ ਬੜੇ ਹਾਸੇ ਵਾਲੀ ਗੱਲ ਲੱਗਦੀ ਹੈ ਵੀ ਤੁਸੀਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਵੀ ਜੇ ਅਸੀਂ IPS ਦਾ 302 ਕਾਮਨ ਰੱਖ ਸਕਦੇ ਹਾਂ, ਜੇ ਸਾਡੇ ਕੋਲ ਕਾਮਨ ਕ੍ਰਿਮੀਨਲ ਲਾਅ ਹੈ। ਨਹੀਂ ਤੁਸੀਂ ਮੇਰੀ ਬੇਨਤੀ ਤੇ ਸੁਣ ਲਓ, ਮੇਰੀ ਬੇਨਤੀ ਸੁਣ ਲਓ ਨਾ, ਇੱਕ ਮਿੰਟ। ਤੇ ਆਪਾਂ ਬਾਕੀ ਜਿਹੜੇ ਐਸਪੈਕਟਸ ਆਫ ਲਾਈਫ ਨੇ ਉਹਦੇ ਬਾਰੇ ਕਾਮਨ ਲਾਅ ਕਿਉਂ ਨਹੀਂ ਰੱਖ ਸਕਦੇ? ਦੇਖੋ ਜਿਹੜਾ ਕ੍ਰਾਈਮ ਹੈ ਨਾ, ਤੁਸੀਂ ਕ੍ਰਾਈਮ ਮੇਰੀ ਬੇਨਤੀ ਤੇ ਸੁਣ ਲਓ, ਮੇਰੀ ਬੇਨਤੀ ਸੁਣ ਲਓ। ਜੇ ਅਸੀਂ ਕਿਸੇ ਵੂਮਨ ਨੂੰ ਐਮਪਾਵਰ ਨਹੀਂ ਕਰਦੇ ਜਾਂ ਉਸ ਵੂਮਨ ਨੂੰ ਕਮਜ਼ੋਰ ਮਹਿਸੂਸ ਕਰਵਾਉਂਦੇ ਆ, ਜਾਂ ਅਸੀਂ ਕਿਸੇ ਬੱਚੇ ਨੂੰ ਕਮਜ਼ੋਰ ਮਹਿਸੂਸ ਕਰਾਉਂਦੇ ਆ, ਜਾਂ ਅਸੀਂ ਪ੍ਰਾਪਰਟੀ ਦੇ ਮਸਲਿਆਂ ਦੇ ਵਿੱਚ ਆਪਣੇ ਆਪਣੇ ਤਰੀਕੇ ਰੱਖੇ ਹੋਏ ਨੇ, ਆਪਾਂ ਆਲ ਇੰਡੀਆ ਕੰਟਰੀ ਦਾ ਇੱਕ ਨਿਯਮ ਕਿਉਂ ਨਹੀਂ ਹੋ ਸਕਦਾ? ਤੁਸੀਂ ਜਿਹੜੇ ਮਰਜ਼ੀ ਫਿਰਕੇ ਤੋਂ ਆਓ, ਮੈਨੂੰ ਲੱਗਦਾ ਵੀ ਸਾਡਾ ਕੰਟਰੀ ਇੱਕ ਯੂਨੀਫਾਰਮ ਕੰਟਰੀ ਹੈ, ਇੱਕ ਵਧੀਆ ਕੰਟਰੀ ਹੈ, ਉਹਦੇ 'ਚ ਡਾਇਵਰਸਿਟੀ ਹੈਗੀ ਹੈ। ਉਸ ਡਾਇਵਰਸਿਟੀ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਜੋੜਨ ਦੇ ਧਾਗੇ ਜੋੜਨੇ ਚਾਹੀਦੇ ਨੇ। ਤੁਹਾਨੂੰ ਇਹ ਕਿਉਂ ਬੁਰਾ ਲੱਗ ਰਿਹਾ ਹੈ ਕਿ ਜੇ ਮੁਸਲਮਾਨ, ਈਸਾਈ, ਪਾਰਸੀ, ਹਿੰਦੂ ਤੇ ਬਾਕੀ ਸਿੱਖ ਸਾਰੇ ਇੱਕ ਧਾਗੇ ਦੇ ਵਿੱਚ ਜੁੜ ਜਾਣਗੇ ਕਾਨੂੰਨੀ ਤਰੀਕੇ ਨਾਲ? ਇਹਦੇ 'ਚ ਕੋਈ ਕਲਚਰਲ ਥ੍ਰੈਟ ਨਹੀਂ ਹੈਗੀ ਹੈ। ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣ ਲਓ। ਇਹਦੇ 'ਚ ਕੋਈ ਕਲਚਰਲ ਥ੍ਰੈਟ ਨਹੀਂ ਹੈਗੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਮੁਸਲਮਾਨ ਆਪਣੀ ਕਲਚਰ ਨੂੰ ਛੱਡ ਦੇਣਗੇ, ਕ੍ਰਿਸਚੀਅਨ ਆਪਣੀ ਕਲਚਰ ਨੂੰ ਛੱਡ ਦੇਣਗੇ, ਪਾਰਸੀ ਤੇ ਆਪਣੀ ਸਿੱਖ ਆਪਣੀ ਕਲਚਰ ਦੇ ਉੱਤੇ ਅਟੈਕ ਹੀ ਨਹੀਂ ਹੈਗਾ। ਇਹਦੇ ਕਲਚਰ ਦੇ ਬਾਰੇ ਕੋਈ ਗੱਲ ਹੀ ਨਹੀਂ ਹੈਗੀ। ਗੱਲ ਇਹ ਹੈ ਵੀ ਜੇ ਤੁਸੀਂ ਆਪਣੀ ਜਨਾਨੀ ਨੂੰ ਡਿਵੋਰਸ ਦੇਣਾ, ਉਹਦਾ ਇੱਕ ਕਾਨੂੰਨ ਹੈ। ਜੇ ਤੁਸੀਂ ਪ੍ਰਾਪਰਟੀ ਵੰਡਣੀ ਹੈ, ਉਹਦਾ ਇੱਕ ਕਾਨੂੰਨ ਹੈ। ਜੇ ਤੁਸੀਂ ਬੱਚਾ ਅਡਾਪਟ ਕਰਨਾ, ਉਹਦਾ ਇੱਕ ਕਾਨੂੰਨ ਹੋਣਾ ਚਾਹੀਦਾ। ਸਾਰਿਆਂ ਨੇ ਆਪਣੇ ਆਪਣੇ ਅਲੱਗ-ਅਲੱਗ ਝੌਂਪੜੀਆਂ ਖੋਲੀਆਂ ਹੋਈਆਂ ਨੇ, ਹਰ ਕਾਸਟ ਨੇ ਆਪਣੀ ਆਪਣੀ ਝੌਂਪੜੀ ਖੋਲੀ ਹੋਈ ਹੈ। ਕਿਉਂ? ਇਹ ਕੰਟਰੀ ਨੂੰ ਜਦੋਂ ਆਪਾਂ ਸੈਕੂਲਰ ਕਹਿੰਦੇ ਆ ਤੇ ਸੈਕੂਲਰ ਲਾਅ ਕਿਉਂ ਨਹੀਂ ਹੋ ਸਕਦਾ? ਅੱਛਾ, ਹੁਣ ਮੇਰੀ ਗੱਲ ਸੁਣੋ। ਯੂਨੀਫਾਰਮ ਸਿਵਲ ਕੋਡ ਇਜ਼ ਅ ਸੈਕੂਲਰ ਲਾਅ। ਇਹ ਬਹੁਤ ਗਲਤ ਇੰਟਰਪ੍ਰੀਟੇਸ਼ਨ ਹੈਗੀ ਹੈ। ਇੰਡੀਆ ਸੈਕੂਲਰ ਕੰਟਰੀ ਹੈ ਤੇ ਉਹਦਾ ਲਾਅ ਵੀ ਸੈਕੂਲਰ ਹੋਣਾ ਚਾਹੀਦਾ। ਤੇ ਲਾਅ ਸੈਕੂਲਰ ਦਾ ਮਤਲਬ ਹੈ ਕਿ ਕੋਈ ਪਰਸਨਲ ਲਾਅ ਨਹੀਂ ਹੋਣਾ ਚਾਹੀਦਾ। ਜਦੋਂ ਤੁਹਾਨੂੰ ਸਾਰੇ ਇੱਕ ਲਾਅ ਕੰਟਰੀ ਦੇ ਵਿੱਚ ਹੋਣਾ ਚਾਹੀਦਾ ਹੈ। ਸਾਰਾ ਕੰਟਰੀ ਇਜ਼ ਰਨ ਬਾਈ ਵਨ ਕਨਸਟੀਟਿਊਸ਼ਨ, ਠੀਕ ਹੈ? ਉਸ ਕਨਸਟੀਟਿਊਸ਼ਨ ਦੇ ਅੰਦਰ ਪਾਰਸੀ ਵੀ ਆਉਂਦੇ ਨੇ, ਉਸ ਕਨਸਟੀਟਿਊਸ਼ਨ ਦੇ ਅੰਦਰ ਸਾਰੇ ਆਉਂਦੇ ਨੇ, ਉਸੇ ਕਨਸਟੀਟਿਊਸ਼ਨ ਦੇ ਅੰਦਰ ਯੂਨੀਫਾਰਮ ਸਿਵਲ ਕੋਡ ਦਾ ਪ੍ਰੋਵੀਜ਼ਨ ਹੈ। ਹੁਣ ਉਸੇ ਕਨਸਟੀਟਿਊਸ਼ਨ ਦਾ ਸਿਵਲ ਕੋਡ ਜੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਿਉਂ ਤੁਹਾਨੂੰ ਮਤਲਬ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਉਂ ਡਿਸਕਸ਼ਨ ਦਾ ਤੁਸੀਂ ਇਹ ਦੱਸੋ ਵੀ ਜਿਹੜਾ ਕ੍ਰਿਮੀਨਲ ਲਾਜ਼ ਨਾ, ਕ੍ਰਾਈਮ ਦੀ ਇੱਕੋ ਨੇਚਰ ਹੁੰਦੀ, ਉਹਦਾ ਕਲਚਰ ਨਾਲ ਕੋਈ ਸੰਬੰਧ ਨਹੀਂ ਹੁੰਦਾ, ਮਨੁੱਖ ਦੇ ਕ੍ਰਿਮੀਨਲ ਹੋਣ ਨਾਲ ਹੁੰਦਾ। ਜਿਹੜਾ ਇਹ ਵਿਆਹ ਸ਼ਾਦੀਆਂ ਇਨਹੈਰੀਟੈਂਸ ਵਗੈਰਾ ਹੈ, ਬੱਚਾ ਅਡਾਪਟ ਕਰਨਾ, ਇਹਦੇ ਪਿੱਛੇ ਕਲਚਰ ਤੇ ਰਿਲੀਜਨ ਜੁੜਿਆ ਹੋਇਆ। ਨਹੀਂ, ਇਹ ਜਿਹੜਾ ਤੁਸੀਂ ਜੋੜ ਰਹੇ ਹੋ, ਇਹ ਅਮਰੀਕਾ ਤੇ ਜੁੜਦਾ ਨਹੀਂ। ਅਸੀਂ ਅਮਰੀਕਾ, ਇਹ ਇੰਡੀਆ ਹੈ। ਇੰਡੀਆ, ਅਮਰੀਕਾ ਇੱਕੋ ਹੀ ਅਮਰੀਕਾ ਸੁਣੋ, ਅਮਰੀਕਾ ਵਿੱਚ ਉੱਥੇ ਕ੍ਰਿਸਚੀਅਨ ਹੈ। ਚਲੋ ਠੀਕ, ਉਹ ਮੁਲਕ ਹੈਗੇ ਕ੍ਰਿਸਚੀਅਨ, ਠੀਕ ਹੈ। ਚਾਹੇ UK ਹੈ, ਚਾਹੇ ਕੈਨੇਡਾ ਹੈ, ਚਾਹੇ ਅਮਰੀਕਾ। ਇੰਡੀਆ ਤੁਸੀਂ ਇਹ ਹੈਗੇ ਕ੍ਰਿਸਚੀਅਨ। ਇੰਡੀਆ ਤੁਸੀਂ ਵੈਸੇ ਕਹਿੰਦੇ ਹੋ ਕਿ ਸੈਕੂਲਰ ਕੰਟਰੀ ਹੈ। ਜੇ ਤੁਹਾਨੂੰ ਸੈਕੂਲਰ ਲਾਅ ਦੇ ਦਿੱਤਾ ਜਾਵੇ ਫਿਰ ਤੁਹਾਨੂੰ ਤਕਲੀਫ ਹੋ ਰਹੀ ਹੈ। ਸੈਕੂਲਰ ਆਲਰੇਡੀ ਠੀਕ ਚੱਲ ਰਿਹਾ ਹੈ, ਜਿਹਦੇ ਵਿੱਚ ਕਿ ਤੁਸੀਂ ਡਿਸਾਈਡ ਨਹੀਂ ਕਰੋਗੇ। ਨਹੀਂ, ਮੈਂ ਨਹੀਂ ਕਹਿ ਰਿਹਾ, ਮੈਂ ਨਹੀਂ ਡਿਸਾਈਡ ਕਰ ਰਿਹਾ। ਜਿਹੜੇ ਇਹਦਾ ਵਿਰੋਧ ਕਰ ਰਹੇ ਨੇ, ਯਾਨੀ SGPC ਵੀ ਪਿੱਛੇ ਹਟ ਗਈ। ਜਦੋਂ ਜਿਹੜੇ ਹੈਗੇ ਨੇ ਟ੍ਰਾਈਬਲ, ਉਹ ਵੀ ਅਪੋਜ਼ ਕਰ ਰਹੇ ਨੇ ਵੀ ਸਾਨੂੰ ਇਹ ਨਹੀਂ ਚਾਹੀਦਾ। ਸੋ ਇਹ ਜਿਹੜਾ ਹੈ, ਇਸ ਕਰਕੇ ਜਿੱਥੇ ਸਾਰਿਆਂ ਦੀ ਰਜਾਮੰਦੀ ਹੋਵੇ ਉਹ ਕੰਮ ਹੋਣਾ ਚਾਹੀਦਾ। ਤਾਂ ਅੱਜ ਦੀ ਜਿਹੜੀ ਇਹ ਚਰਚਾ, ਇਹਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਅਤੇ
ਅਜੇ ਜੀ ਦਾ ਸਟੈਂਡ ਇਹ ਹੈ ਕਿ ਜਿਵੇਂ ਕ੍ਰਿਮੀਨਲ ਲਾ ਸਾਰੇ ਮੁਲਕ ਵਿੱਚ ਸਾਰਿਆਂ ਉੱਪਰ ਇੱਕੋ ਜਿਹਾ ਲਾਗੂ ਹੁੰਦਾ ਹੈ। ਸਪੈਸ਼ਲੀ ਐਗਜ਼ਾਮਪਲ ਦਿੱਤੀ ਉਹਨਾਂ ਨੇ ਮਰਡਰ ਦੀ 302 ਧਾਰਾ ਦੀ। ਤੋ ਮੇਰਾ ਸੁਝਾਅ ਸੀ ਮੇਰਾ ਉਹਨਾਂ ਨੂੰ ਕਿ ਵੀ ਜਿਹੜਾ ਪਰਸਨਲ ਲਾਅ ਹੈ ਉਹਦੇ ਵਿੱਚ ਕਲਚਰ ਇਨਵੋਲਡ ਹੈ, ਰਿਲੀਜਨ ਹੈ, ਕ੍ਰਾਈਮ ਵਾਲਾ ਕਾਨੂੰਨ ਦੀ ਇੱਥੇ ਐਗਜ਼ਾਮਪਲ ਬਹੁਤੀ ਮੈਨੂੰ ਉਚਿਤ ਨਹੀਂ ਲੱਗਦੀ। ਪਰ ਐਨੀ ਉਹਨਾਂ ਨੇ 2-3 ਗੱਲਾਂ ਜਿਹੜੀਆਂ ਕਹੀਆਂ ਨਾ, ਆਪਣਾ ਉਹਨਾਂ ਦਾ ਪੁਆਇੰਟ ਆਫ ਵਿਊ ਇਹ ਹੈ ਕਿ ਜਿਹੜਾ ਸੈਕਸ਼ਨ 44 ਹੈ ਕੌਨਸਟੀਟਿਊਸ਼ਨ ਦਾ, ਇਹ ਜਿਹੜੀ ਉਹ ਗੱਲ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਜਦੋਂ ਕੌਨਸਟੀਟਿਊਸ਼ਨ ਬਣਾਇਆ ਉਸ ਵੇਲੇ ਉਹਨਾਂ ਨੇ ਵਿੱਚ ਇੱਕ ਪ੍ਰੋਵੀਜ਼ਨ ਪਾਈ ਜਿਹੜੀ ਸੈਕਸ਼ਨ 44 ਹੈ। ਔਰ ਸੈਕਸ਼ਨ 44 ਨੂੰ ਦੇ ਅਧੀਨ ਇਹ ਸਰਕਾਰ ਕੰਮ ਕਰ ਰਹੀ ਹੈ। ਪਰ ਇੱਥੇ ਨਾਲ ਹੀ ਸੈਕਸ਼ਨ 25 ਵੀ ਹੈ ਜਿਹਦੇ 'ਚ ਹਰ ਬੰਦੇ ਨੂੰ ਆਪਣਾ ਧਰਮ ਜਿਹੜਾ ਉਹਨੂੰ ਪ੍ਰੋਫੈਸ ਕਰਨ ਦੀ, ਉਹਦੀਆਂ ਕਦਰਾਂ ਕੀਮਤਾਂ, ਉਹਦੀ ਮਰਿਆਦਾ ਮੁਤਾਬਕ ਜੀਣ ਦਾ ਅਧਿਕਾਰ ਹੈ। ਉਹਦੇ ਵਿੱਚ ਵਿਆਹ, ਬੱਚੇ, ਉਹਦੇ ਵਿੱਚ ਡਾਈਵੋਰਸ, ਉਹਦੇ 'ਚ ਜਿਹੜੀ ਅਸੀਂ ਜੱਦੀ ਜਾਇਦਾਦ ਜਿਹੜੀ ਉਹ ਕਿਵੇਂ ਵੰਡਣੀ ਹੈ, ਇਹਨੂੰ ਕਿਵੇਂ ਕਰਨਾ ਹੈ, ਬੱਚਾ ਕਿਵੇਂ ਅਡਾਪਟ ਕਰਨਾ ਹੈ, ਡਿਵੋਰਸ ਕਰਨਾ ਹੈ, ਮੇਨਟੇਨੈਂਸ ਕੀ ਦੇਣੀ ਹੈ, ਬਲਾ ਬਲਾ, ਇਹ ਸਾਰੇ ਪੁਆਇੰਟ ਜਿਹੜਾ ਆਰਟੀਕਲ 25 ਹੈ ਉੱਥੇ ਪ੍ਰੋਟੈਕਟ ਕੀਤੇ ਹੋਏ ਹਨ। ਇਸ ਲਈ ਇਸ ਜਿਹੜੀ ਬਹਿਸ ਹੈ ਇਹ ਹੁੰਦੀ ਰਹਿਣੀ ਚਾਹੀਦੀ ਹੈ ਤਾਂ ਜੇ ਹਰ ਖਿੱਤੇ ਦੇ ਲੋਕ, ਹਰ ਧਰਮ ਦੇ ਲੋਕ ਜਿਹੜੇ ਇਹਦੇ ਹੱਕ ਵਿੱਚ ਵੀ ਹਨ, ਜਿਹੜੇ ਇਹਦੇ ਵਿਰੋਧ ਵਿੱਚ ਵੀ ਹਨ, ਉਹ ਕਿਤੇ ਇੱਕ ਥਾਂ ਜਿਹੜੀ ਉਹਨਾਂ ਦੀ ਯੂਨੈਨਿਮਿਟੀ ਹੋ ਸਕੇ, ਉਹਨਾਂ ਦੀ ਇੱਕ ਸਾਂਝੀ ਵਿਚਾਰ ਬਣ ਸਕੇ ਕਿ ਇਹ ਕੀ ਹੋਣਾ ਚਾਹੀਦਾ ਤੇ ਇਹ ਜ਼ਬਰਦਸਤੀ ਲਾਗੂ ਨਹੀਂ ਕਰਨਾ ਚਾਹੀਦਾ। ਇਸ ਇੰਟਰਵਿਊ ਲਈ ਅਸੀਂ ਬੜੇ ਧੰਨਵਾਦੀ ਹਾਂ ਅਜੇ ਦੀ ਕਿ ਇਹਨਾਂ ਨੇ ਟਾਈਮ ਕੱਢਿਆ ਤੇ ਆਪਣੇ ਇਹਨਾਂ ਨੇ ਸਾਨੂੰ ਵਿਚਾਰਾਂ ਨਾਲ ਸਾਡੇ ਨਾਲ ਸਾਂਝ ਪਾਈ, ਦਰਸ਼ਕਾਂ ਨਾਲ ਸਾਂਝ ਪਾਈ। ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਦੇ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣਗੇ ਅਤੇ ਇਹਨਾਂ ਨੇ ਤੁਹਾਨੂੰ ਸੋਚਣ ਲਈ ਇੱਕ ਹੋਰ ਖਿਆਲ ਦਿੱਤਾ। ਤੇ ਫਿਰ ਆਵਾਂਗੇ ਇਸ ਤੋਂ ਬਾਅਦ ਇੱਕ ਹੋਰ ਇਸੇ ਮੁੱਦੇ ਤੇ ਇੰਟਰਵਿਊ ਲੈ ਕੇ। ਇਸ ਮੁੱਦੇ ਤੇ ਅਸੀਂ 2 ਇੰਟਰਵਿਊਆਂ ਕਰਨੀਆਂ ਨੇ, ਅੱਜ ਦੀ ਇਹ ਤੀਸਰੀ ਹੈ। ਇਸ ਤੋਂ ਬਾਅਦ 2 ਹੋਰ ਕਰਾਂਗੇ, ਫਿਰ ਇਹ ਸਾਡੀ ਸੀਰੀਜ਼ ਖਤਮ ਹੋ ਜਾਏਗੀ। ਧੰਨਵਾਦ, ਸਤਿ ਸ੍ਰੀ ਅਕਾਲ।